ਪ੍ਰੋਗਰਾਮ ਸਫ਼ਰ ਸਾਂਝ ਹੁਣ ਆਪਣੇ ਹਾਈਬਨ ਤੱਕ ਦੇ ਪੜਾਅ ਤੀਕ ਅੱਪੜ ਚੁੱਕਾ ਹੈ। ਜੀ ਹਾਂ ਦੋਸਤੋ, ਅੱਜ ਤੁਸੀਂ ਸੁਣੋਗੇ ਹਾਈਬਨ ਸੁੱਚੇ ਪੱਥਰ। ਹੁਣ ਤੁਸੀਂ ਸੋਚਦੇ ਹੋਵੋਗੇ, ਭਲਾ ਪੱਥਰ ਵੀ ਸੁੱਚੇ ਹੁੰਦੇ ਨੇ? ਜੀ ਹਾਂ ਦੋਸਤੋ, ਮੇਰੀ ਨਿਕੜੀ ਦੀ ਚਿੱਤਰਕਾਰੀ ਦੇ ਵੱਖੋ ਵੱਖਰੇ ਪੜਾਵਾਂ ਵਿੱਚੋਂ ਲੰਘਦਿਆਂ ਜਦੋਂ ਇਹ ਸ਼ਬਦ ਚਿੱਤਰ ਹੋਂਦ ਵਿੱਚ ਆਇਆ ਤਾਂ ਪੱਥਰ ਖੁਦ ਬ ਖੁਦ ਸੁੱਚੇ ਬਣ ਗਏ। ਮੈਨੂੰ ਤਾਂ ਇਹ ਪੱਥਰ ਸੁੱਚੇ ਹੀ ਲੱਗੇ। ਆਪ ਜੀ ਦਾ ਫੈਸਲਾ ਮੈਂ ਆਪ ਸਭਨਾਂ 'ਤੇ ਛੱਡਦੀ ਹਾਂ। ਹਾਈਬਨ ਸੁਣਨ ਤੋਂ ਬਾਅਦ ਆਪ ਇਹਨਾਂ ਪੱਥਰਾਂ ਬਾਰੇ ਕੀ ਕਹਿਣਾ ਚਾਹੋਗੇ, ਜ਼ਰੂਰ ਦੱਸਣਾ ਜੀਓ। ਤਿਆਰ ਹੋ ਜੀ ਫਿਰ ਮੇਰਾ ਹਾਈਬਨ ਸੁਣਨ ਲਈ। ਲਓ, ਪੇਸ਼ ਹੈ ਅੱਜ ਦਾ ਹਾਈਬਨ ਸੁੱਚੇ ਪੱਥਰ। ਘਰ ਦੇ ਐਨ ਵਿਚਕਾਰ ਇੱਕ ਖੁਸ਼ਨੁਮਾ ਜਿਹੀ ਖਵਾਬਗਾਹ, ਖਿੜਕੀ ਵਿੱਚੋਂ ਝਾਕਦੀਆਂ ਤਰੇਲ ਧੋਤੀਆਂ ਫੁੱਲਾਂ ਲੱਦੀਆਂ ਟਹਿਣੀਆਂ, ਦੁਪਹਿਰ ਖਿੜੀ ਵਾਂਗ ਖਿੜੇ ਮੌਸਮ ਵਿੱਚ ਆਪੂ ਜਿਹੇ ਖਿੜਦੀ ਮਲਕੜੇ ਜਿਹੇ ਆਣ ਬੈਠੀ ਸੀ ਇੱਕ ਤਿਤਲੀ। ਖੰਭ ਸੀ ਜਿਸਦੇ ਰੰਗ ਪਰੰਗੇ, ਖੰਭ ਸੀ ਜਿਸਦੇ ਰੰਗ ਪਰੰਗੇ, ਪਤਾ ਨਹੀਂ ਕਿਸ ਲਲਾਰੀ ਰੰਗੇ। ਸੱਚੀ ਸੱਚੀ ਉਹ ਕਦੇ ਮੈਨੂੰ ਤਰੇਲ ਬੂੰਦ ਜਿਹੀ ਜਾਪਦੀ ਤੇ ਕਦੇ ਕਿਸੇ ਤਿਤਲੀ ਵਰਗੀ। ਉਹ ਭਲਾ ਕੌਣ? ਇਸ ਹਾਈਬਨ ਦੀ ਨਾਇਕਾ ਮੇਰੀ ਨਿਕੜੀ। ਉਹ ਸਮੁੱਚੀ ਕਾਇਨਾਤ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਨਿਤ ਸੁਪਨਮਈ ਉਡਾਰੀਆਂ ਭਰਦੀ ਹੈ। ਕਦੇ ਅੰਬਰਾਂ 'ਤੇ ਉੱਡਣਾ ਲੋਚਦੀ ਹੈ ਤੇ ਕਦੇ ਸ਼ੋਕ ਹਵਾਵਾਂ ਸੰਗ ਗਾਉਂਦੀ ਹੈ। ਕਹਿੰਦੇ ਨੇ ਕਿ ਜਦ ਕੁਦਰਤ ਹਰਿਆਵਲ ਦੀ ਬੰਸਰੀ ਵਜਾਉਂਦੀ ਹੈ ਤਾਂ ਬੁੱਕਲ ਵਿੱਚ ਪੂਰਾ ਬ੍ਰਹਿਮੰਡ ਆ ਸਮਾਉਂਦਾ ਹੈ। ਇਉਂ ਲੱਗਦਾ ਸੀ ਜਿਵੇਂ ਕੋਈ ਖੰਭ ਪਸਾਰਦੀ ਤਿਤਲੀ ਨੇ ਕਿਸੇ ਫੁਲਵਾੜੀ ਦੇ ਸੁਹੱਪਣ ਨੂੰ ਆਪਣੇ ਕਮਰੇ ਵਿੱਚ ਲਿਆ ਸਜਾਇਆ ਹੋਵੇ। ਰੰਗਾਂ ਦੇ ਅਦਭੁਤ ਸੁਮੇਲ ਵਾਲੀ ਵੱਡੀ ਰੰਗੀਨ ਪੇਂਟਿੰਗ ਸਾਹਮਣੇ ਕੰਧ 'ਤੇ ਵਿਖਾਈ ਦੇ ਰਹੀ ਹੈ। ਰੰਗਾਂ ਦੀ ਚੋਣ ਉਸਨੇ ਆਪਣੇ ਚੌਗਿਰਦੇ ਵਿੱਚੋਂ ਹੀ ਕੀਤੀ ਲੱਗਦੀ ਹੈ। ਖੁੱਲ੍ਹੇ ਨੀਲੇ ਅੰਬਰ ਦੀ ਛੱਤ ਹੇਠ ਕਾਦਰ ਦੀ ਖੂਬਸੂਰਤੀ ਪੱਤਿਆਂ ਵਿੱਚੋਂ ਵਿਹੋਣੇ ਪਰ ਗੁਲਾਬੀ ਰੰਗਾਂ ਦੀ ਭਾ ਮਾਰਦੇ ਰੁੱਖਾਂ ਵਿੱਚੋਂ ਝਲਕ ਰਹੀ ਹੈ। ਇਹ ਉਸਦੀਆਂ ਰੰਗਲੀਆਂ ਭਾਵਨਾਵਾਂ ਦੀ ਗਵਾਹੀ ਭਰ ਰਹੀ ਹੈ। ਐਨ ਵਿਚਕਾਰ ਵਿੰਗੀ ਟੇਢੀ ਪਗਡੰਡੀ ਆਪਣੇ ਵਿਲੱਖਣ ਅੰਦਾਜ਼ ਵਿੱਚ ਪਾਂਧਿਆਂ ਨੂੰ ਮੰਜ਼ਿਲ ਵੱਲ ਪੁਲਾਂਘਾ ਭਰਦੇ ਰਹਿਣ ਦੀ ਪ੍ਰੇਰਨਾ ਦਿੰਦੀ ਹੈ। ਦੂਜੀ ਕੰਧ 'ਤੇ ਕਾਲੇ ਤੇ ਸੁਰਮਈ ਰੰਗੇ ਪੱਤਿਆਂ ਨੂੰ ਕੁਝ ਪਰਛਾਵਿਆਂ ਸੰਗ ਚਿਤਰਿਆ ਗਿਆ ਹੈ। ਇਉਂ ਲੱਗਦਾ ਹੈ ਕਿ ਉਸਨੇ ਜੀਵਨ ਦੀਆਂ ਮੁਸ਼ਕਲਾਂ ਤੇ ਖੂਬਸੂਰਤ ਖਿਆਲਾਂ ਨੂੰ ਉਸ ਕੈਨਵਸ 'ਤੇ ਲਿਆ ਚਿਤਰਿਆ ਹੈ। ਇੱਕ ਪਾਸੇ ਮੇਜ਼ 'ਤੇ ਬੋਨਸਾਈ ਪਿਆ ਹੈ। ਬੋਨਸਾਈ ਤਾਂ ਤੁਸੀਂ ਜਾਣਦੇ ਹੀ ਹੋਵੋਗੇ। ਇਹ ਜਾਪਾਨੀ ਕਲਾ ਦਾ ਨਮੂਨਾ ਹੁੰਦਾ ਹੈ, ਜਿੱਥੇ ਅਸੀਂ ਕਿਸੇ ਵੱਡ ਆਕਾਰੀ ਰੁੱਖ ਨੂੰ ਕਿਸੇ ਗਮਲੇ ਵਿੱਚ ਛੋਟੇ ਰੂਪ ਵਿੱਚ ਉਗਾਉਂਦੇ ਹਾਂ। ਉਸਦੇ ਕਮਰੇ ਵਿੱਚ ਪਿਆ ਇਹ ਬੋਨਸਾਈ ਤੁਰਦੀ ਫਿਰਦੀ ਕਲਾ ਦਾ ਪ੍ਰਤੀਕ ਉਸਦੀਆਂ ਕਲਾਤਮਿਕ ਛੋਹਾਂ ਨੂੰ ਹੋਰ ਪਕੇਰਾ ਕਰ ਰਿਹਾ ਹੈ। ਖੁੱਲ੍ਹੀਆਂ ਹਵਾਵਾਂ ਦੀ ਖੁਸ਼ਬੂ ਹੁਣ ਵੀ ਉਸਦੇ ਦੁਆਲੇ ਅਟਖੇਲੀਆਂ ਕਰਦੀ ਜਾਪਦੀ ਹੈ। ਕਹਿੰਦੇ ਨੇ ਕਿ ਕਾਇਨਾਤ ਕਦੇ ਖੁਦ ਕਦੇ ਕੈਦੀ ਨਹੀਂ ਬਣਦੀ, ਸਗੋਂ ਧੁਰ ਅੰਦਰ ਲੈ ਕੇ ਆਪੇ ਨੂੰ ਕੈਦ ਕਰ ਲੈਂਦੀ ਹੈ। ਇਉਂ ਲੱਗਦਾ ਸੀ ਕਿ ਉਹ ਵੀ ਕਾਇਨਾਤ ਬਣ ਫੈਲਣਾ ਲੋਚਦੀ ਹੈ। ਕੁਦਰਤ ਦਾਨ ਰਮਣੀਕ ਰਾਵਾਂ 'ਤੇ ਉਹ ਨਿਤ ਨਵੀਆਂ ਪੁਲਾਂਘਾਂ ਭਰਦੀ ਹੈ। ਉਸਦੀ ਖਵਾਬਗਾਹ ਕਦੋਂ ਚਿੱਤਰਸ਼ਾਲਾ ਬਣ ਗਈ, ਪਤਾ ਹੀ ਨਾ ਲੱਗਾ। ਹੁਣ ਵੀ ਉਹ ਆਪਣੀ ਚਿੱਤਰਸ਼ਾਲਾ ਵਿੱਚ ਬੈਠੀ ਪੋਟਿਆਂ ਦੀ ਛੋਹ ਨਾਲ ਰੰਗਾਂ ਨੂੰ ਨਵੇਂ ਅਰਥਾਂ ਵਿੱਚ ਢਾਲ ਰਹੀ ਹੈ। ਅੰਤਰੀਵੀ ਮਨ ਦੀ ਆਵਾਜ਼ ਨੂੰ ਸਜੀਵ ਕਰ ਰਹੀ ਹੈ। ਕੈਨਵਸ ਧਰਾਤਲ 'ਤੇ ਅਣਗੌਲੇ ਜਿਹੇ ਬੇਜਾਨ ਪੱਥਰਾਂ ਨੂੰ ਬੜੇ ਸਲੀਕੇ ਨਾਲ ਰੂਕਸ਼ ਬਣਾ ਰਹੀ ਹੈ। ਇਹ ਅਣਘੜਤ ਪੱਥਰ ਉਸਦੇ ਰੰਗਾਂ ਵਿੱਚ ਘੁਲਦੇ ਲੱਗਦੇ ਨੇ। ਅਣਤਰਾਸ਼ੇ ਪੱਥਰ ਆਪਣੀ ਲਿਸ਼ਕ ਕਦੇ ਇੱਕ ਦੂਜੇ ਨਾਲ ਖਹਿ ਕੇ ਤੇ ਕਦੇ ਤੇਜ਼ ਪਾਣੀ ਦੇ ਵਹਾਓ ਨਾਲ ਅਖਤਿਆਰ ਕਰਦੇ ਨੇ। ਤਰਲ ਬੂੰਦਾਂ ਝਰਨਿਆਂ ਰੂਪੀ ਛੱਲਾਂ ਸੰਗ ਮਿਲ ਕੇ ਜਦ ਇਹਨਾਂ ਬੇਜਾਨ ਪੱਥਰਾਂ 'ਤੇ ਡਿੱਗਦੀਆਂ ਨੇ ਤਾਂ ਫਿਜ਼ਾ
ਸੰਗੀਤਮਈ ਬਣ ਜਾਂਦੀ ਹੈ। ਸੁੱਚਾ ਸੋਚ ਵਹਾਓ ਆਪ ਦੀ ਸੁੰਦਰ ਪਰ ਅਣਗੌਲੀ ਪੱਥਰ ਸਮਝੀ ਜਾਣ ਵਾਲੀ ਆਤਮਾ ਨੂੰ ਤਰਾਸ਼ ਕੇ ਹੀਰਾ ਬਣਾ ਦੇਣ ਯੋਗ ਹੁੰਦਾ ਹੈ। ਕਹਿੰਦੇ ਨੇ ਕਿ ਪੱਥਰਾਂ ਨੂੰ ਪਾਰਸ ਕਿਰਤੀ ਦੇ ਹੱਥ ਹੀ ਬਣਾਉਂਦੇ ਨੇ। ਬੁਰਸ਼ ਰੰਗਾਂ ਸੰਗ ਨਿਰਤ ਕਰਦੀਆਂ ਉਸਦੀਆਂ ਕਲਾਈਆਂ ਲਫ਼ਜ਼ਾਂ ਤੋਂ ਪਾਰ ਦੀ ਕੋਈ ਬਾਤ ਪਾਉਂਦੀਆਂ ਜਾਪ ਰਹੀਆਂ ਨੇ। ਸੁੱਕੀ ਮਿੱਟੀ ਦੇ ਡਲਿਆਂ 'ਤੇ ਪਈ ਤਰੇਲ ਨਾਲ ਉੱਠਦੀ ਮਟਿਆਲੀ ਮਹਿਕ ਪੌਣਾਂ ਵਿੱਚ ਘੁਲਦੀ ਮਨ ਨੂੰ ਧੂ ਪਾਉਂਦੀ ਹੈ। ਰਾਹ ਪਏ ਪੱਥਰ ਵੀ ਕਾਇਨਾਤ ਦਾ ਹਿੱਸਾ ਹੁੰਦੇ ਨੇ। ਗੱਲ ਤਾਂ ਨਜ਼ਰੀਏ ਦੀ ਹੈ। ਤਰਾਸ਼ਣ ਨਾਲ ਅਮੁੱਲੇ ਬਣ ਜਾਂਦੇ ਨੇ ਅਤੇ ਇਸੇ ਦੌਲਤ ਨਾਲ ਰੂਹ ਮੰਦਰ ਦੀ ਸਿਰਜਣਾ ਹੁੰਦੀ ਹੈ। ਪਰਦੇ ਤੋਂ ਸੱਖਣੀ ਖਿੜਕੀ ਰਾਹੀਂ ਫੈਲਦੀਆਂ ਧੁੱਪ ਕਿਰਨਾਂ ਵਿੱਚ ਉਸ ਦਾ ਜਾਦੂਮਈ ਸਪਰਸ਼ ਹਥਲੀ ਕਲਾਕਿਰਤ ਨੂੰ ਹੋਰ ਵੀ ਸੰਜੀਵਤਾ ਦੇ ਰਿਹਾ ਸੀ। ਸੱਜਰੇ ਰੰਗਾਂ ਦੀ ਨਵੇਕਲੀ ਰੰਗ ਲੀਲਾ ਉਸ ਦੀਆਂ ਕਲਾਤਮਿਕ ਤਲੀਆਂ 'ਤੇ ਅਲੌਕਿਕ ਸਿਰਜਣਾ ਦਾ ਸ਼ਗਨ ਧਰਦੀ ਜਾਪ ਰਹੀ ਸੀ। ਉਸ ਦੀ ਕਲਾ ਦਾ ਅੰਗ ਸੰਗ ਕਿਸੇ ਅਨੂਠੇ ਪ੍ਰਤੀਬਿੰਬ ਨੂੰ ਸਿਰਜਦਾ ਹੁਣ ਕੋਈ ਉੱਚਮਤਾ ਦਾ ਬਾਤ ਪਾ ਰਿਹਾ ਸੀ ਅਤੇ ਉਸ ਨਾਲ ਸਮਾਂ ਹੁੰਗਾਰਾ ਭਰ ਰਿਹਾ ਸੀ। ਉਸਨੇ ਅੰਗੜਾਈ ਭਰਦਿਆਂ ਮੋਹ ਭਰੀ ਤੱਕਣੀ ਨਾਲ ਆਪਣੀ ਖਵਾਬਗਾਹ ਵਿੱਚ ਖਿੜੇ ਚਾਨਣ ਦੀ ਲੋ ਵਿੱਚ ਅੱਜ ਕਿਸੇ ਅਨੰਤ ਨੂੰ ਸਹੱਪਣ ਨੂੰ ਛੋਹ ਲਿਆ ਸੀ। ਰੰਗ ਗੜੁੱਚੇ ਕੈਨਵਸ 'ਤੇ ਖਿੜੇ ਪੱਥਰ ਸੁੱਚੇ। ਰੰਗ ਗੜੁੱਚੇ ਕੈਨਵਸ 'ਤੇ ਖਿੜੇ ਪੱਥਰ ਸੁੱਚੇ।